निंदो मोको लोग निंदो। निंदा जन को खरी प्यारी, निंदा बाप निंदा महतारी। रहाओ निंदा होए ता बैकुंठ जाइए, नाम पदारथ मनै बसाइए। हृदय शुद्ध जो निंदा होए, हमरे कपरे निंदक तोए। निंदा करे सो हमरा मीत, निंदक माहे हमारा जीत। निंदक सो जो निंदा हो रे, हमरा जीवन निंदक लो रे। निंदा हमरी प्रेम प्यार, निंदा हमरा करे उधार। जन कबीर को निंदा सार, निंदक डूबा हम उतरे पार। वाहिगुरु जी का खालसा, वाहिगुरु जी की फतेह। परम सत्कारयोग सतगुरां दी साजी नमाजी साध संगत जीओ। ये पावन शब्द आम तौर ते पढ़िया जाता है, सुनिया जाता है ते सुनाया जाता, पर जदों तੀਕਰ इसकी विचार न की जाए गल समझ नहीं आती। ये गल तां असी सारे जानते हाँ कि संसार दे अंदर कलयुग की रीत है कि आवत को जाता कहें, जाते को आया। पर की को अपनी कहें, अपनों नहीं पाया। मीठे को कौड़ा कहें, कड़ुए को मीठा। राते की निंदा करें, ऐसा कल में डीठा। ये कलयुग की रीत है। तो ये गल असी भली भांत जानते हैं कि सियाणियां दा एक कथन है कि दातरी नूं एक पासे दंदे हुंदे ने ते लोकां नूं दो पासे हुंदे, ये किसी पासे भी नहीं छड्डदे। भाव आम लोकां विच निंदिया करन दा सुभाव बड़ा प्रचलित। तो भगत कबीर जी क्योंकि सच दे मार्ग दे पांधी हन, वो कर्म कांडां दी निंदिया भी करते हैं, भाव नखेदी करते हैं, कंडैम करते हैं। ते जिन्हां दे कम्मां दी वो नखेदी करते हैं, उन्हां दी निंदिया भी करते हैं। क्योंकि उन्हां दी बाणी विचों सानूं सब कुछ पता लगदा। जदों भगत जी ये गल कहंदे ने, हमरा झगड़ा रहा न को, पंडित मुल्ला छाड़े दो। पंडित मुल्ला जो लिख दिया, छाड़ चले हम कछु न लिया। इहदा मतलब की है? क्योंकि उस वेले इस समाज दे अंदर ये दो ही मजहब सन, हिंदू ते मुसलमान। हिंदुआं दे आगू पंडित सन ते मुसलमानां दे आगू काजी सन, मुल्ला सन। फिर इन्हां दोवां दे आपस विच टकराव भी हुंदे सन। पर भगत जी का जो रस्ता है वो इन्हां दोहां तो बिल्कुल वखरा। ना वो पंडितां वांगू कर्मकांडी ने ते ना वो इस्लाम धर्म के धारनियां की शरह नूं मनदे ने। उन्हां दा ते प्रेमा भगती वाला रस्ता है, इसलिए उन्हां दी निंदिया होनी कुदरती बात है। पर क्योंकि जिन्हां नूं सच का ज्ञान हो जाता, वो फिर निंदिया तो डरते नहीं। तो भगत जी दी अपने बोलों तो सारा कुछ सिद्ध होता।
ਜਦੋਂ ਕਹਿੰਦੇ ਹਨ ਕਿ ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਜੋਨੀ ਆਵੇ। ਜਦੋਂ ਕਹਿੰਦੇ ਨੇ ਮਨੋ ਕਠੋਰ ਮਰੇ ਬਾਨਾਰਸ, ਨਰਕ ਨ ਬਾਂਚਿਆ ਜਾਈ, ਹਰ ਕਾ ਸੰਤ ਮਰੇ ਹੜੰਬੈ, ਤਾਂ ਸਗਲੀ ਸਹਿਨ ਤਰਾਈ। ਇਹਦਾ ਮਤਲਬ ਉਹ ਤੀਰਥਾਂ ਦੇ ਇਸ਼ਨਾਨ ਤੇ ਦਿਖਾਵੇ ਦੇ ਕਰਮ ਕਾਂਡਾਂ ਨੂੰ ਨਖੇਧ ਕਰਦਾ। ਇਸੇ ਤਰ੍ਹਾਂ ਜਦੋਂ ਉਹ ਸ਼ਰ੍ਹਾ ਦੀ ਗੱਲ ਕਰਦੇ ਨੇ, ਆਂਦੇ ਨੇ ਇਹ ਦੱਸੋ ਭਾਈ, ਤੁਸੀਂ ਸੁਨਨਤ ਤੇ ਕਰੀ ਜਾਂਦੇ ਹੋ, ਪਰ ਔਰਤ ਦਾ ਕੀ ਕਰੋਗੇ? ਜੇ ਤੁਸੀਂ ਕਹਿੰਦੇ ਹੋ ਕਿ ਸੁਨਨਤ ਕਰਨ ਦੇ ਨਾਲ ਸੱਚਾ ਮੁਸਲਮਾਨ ਬਣ ਸਕਦਾ, ਫਿਰ ਔਰਤ ਦਾ ਕੀ ਕਰੋ? ਕਹਿਣ ਦਾ ਮਤਲਬ ਭਗਤ ਜੀ ਦੀ ਇਹ ਸੱਚੀ ਸੁੱਚੀ ਵਿਚਾਰਧਾਰਾ ਨੂੰ ਉਹ ਲੋਕ ਬਰਦਾਸ਼ਤ ਨਹੀਂ ਕਰਦੇ, ਉਹ ਨਿੰਦਿਆ ਕਰਦੇ, ਚੰਗਾ ਭਲਾ ਬੁਰਾ ਭਲਾ ਕਹਿੰਦੇ। ਤਾਂ ਭਗਤ ਜੀ ਉਹਨਾਂ ਦੇ ਇਹ ਸਾਰੇ ਕੰਮਕਾਰ ਨੂੰ ਵੇਖ ਕੇ ਕੀ ਕਹਿੰਦੇ? ਨਿੰਦੋ ਨਿੰਦੋ ਮੋਹ ਕੋ ਲੋਗ ਨਿੰਦੋ। ਕੋਈ ਬਹੁਤੀ ਵਿਆਖਿਆ ਦੀ ਲੋੜ ਨਹੀਂ, ਤੁਸੀਂ ਆਪਣੇ ਆਪ ਹੀ ਸਮਝ ਜਾਓਗੇ। ਹੇ ਲੋਕੋ ਨਿੰਦੋ, ਮੈਨੂੰ ਨਿੰਦੋ, ਮੈਨੂੰ ਤੁਹਾਡੀ ਨਿੰਦਿਆ ਤੋਂ ਕੋਈ ਪਰੇਸ਼ਾਨੀ ਨਹੀਂ। ਨਿੰਦਾ ਜਨ ਕੋ ਖਰੀ ਪਿਆਰੀ, ਮੈਨੂੰ ਤਾਂ ਨਿੰਦਾ ਬੜੀ ਚੰਗੀ ਲੱਗਦੀ। ਤੁਸੀਂ ਮੇਰੀ ਨਿੰਦਿਆ ਕਰਦੇ ਹੋ, ਮੈਨੂੰ ਬੜੀ ਖੁਸ਼ੀ, ਔਰ ਮੇਰੇ ਲਈ ਤਾਂ ਤੁਹਾਡੀ ਕੀਤੀ ਹੋਈ ਨਿੰਦਾ ਐਉਂ ਸਮਝੋ, ਨਿੰਦਾ ਬਾਪ ਨਿੰਦਾ ਮਹਤਾਰੀ। ਹੁਣ ਇਹ ਦੋ ਰਿਸ਼ਤੇ ਨੇ, ਮਾਂ ਤੇ ਪਿਓ ਦਾ। ਆਖਿਆ ਮੇਰੇ ਲਈ ਤਾਂ ਨਿੰਦਿਆ ਮਾਂ ਪਿਓ ਵਰਗੀ, ਆਮ ਬੰਦੇ ਨੂੰ ਨਹੀਂ ਸਮਝ ਆ ਸਕਦੀ। ਇਹ ਤੇ ਭਗਤ ਜੀ ਨੂੰ ਸਮਝ ਆਈ। ਉਹ ਆਂਦੇ ਨੇ ਜਿਸ ਤਰ੍ਹਾਂ ਮਾਤਾ ਪਿਤਾ ਹਮੇਸ਼ਾ ਇਹ ਚਾਹੁੰਦੇ ਨੇ ਕਿ ਸਾਡਾ ਬੱਚਾ ਜਿਹੜਾ ਉਹ ਵਧੀਆ ਮਨੁੱਖ ਬਣੇ, ਇਹਦੇ ਵਿੱਚ ਔਗਣ ਨਾ ਹੋਣ, ਇਹ ਗਲਤੀਆਂ ਨਾ ਕਰੇ। ਮੈਂ ਤਾਂ ਇੱਥੇ ਤੱਕ ਵੀ ਪੜ੍ਹਿਆ ਟੀਕਾਕਾਰ ਜੀ ਦੇ ਵਿਚਾਰ ਕਿ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਗੰਦਗੀ ਧੋਣ ਲੱਗਿਆਂ ਕਦੇ ਨੱਕ ਮੂੰਹ ਨਹੀਂ ਵੱਟਦੀ, ਕਿਸੇ ਦੂਜੇ ਦੇ ਬੱਚੇ ਦੀ ਗੰਦਗੀ ਧੋਣੀ ਹੋਵੇ ਤੇ ਨੱਕ ਮੂੰਹ ਵੱਟੇਗੀ, ਪਰ ਆਪਣੇ ਬੱਚੇ ਨੂੰ ਸਾਫ਼ ਸੁਥਰਾ ਕਰੇਗੀ। ਭਗਤ ਜੀ ਕਹਿੰਦੇ ਨੇ ਮੇਰੇ ਵਿੱਚ ਤਾਂ ਜਿਹੜੇ ਔਗੁਣ ਹਨ, ਕਮੀਆਂ ਹਨ, ਉਹਨਾਂ ਨੂੰ ਇਹ ਨਿੰਦਾ ਕਰਨ ਵਾਲੇ ਦੂਰ ਕਰਦੇ ਨੇ। ਇਸ ਵਾਸਤੇ ਮੈਨੂੰ ਤੇ ਨਿੰਦਾ ਇਉਂ ਲੱਗਦੀ ਹੈ ਜਿਵੇਂ ਮੇਰੀ ਮਾਂ ਤੇ ਪਿਓ ਹੋਵੇ। ਕਿਉਂ? ਇਹ ਲੋਕ ਮੇਰੇ ਸ਼ੁਭ ਚਿੰਤਕ ਨੇ। ਕਈ ਗੱਲਾਂ ਬੰਦੇ ਕੋਲੋਂ ਲੁਕਵੀਆਂ ਛਿਪਵੀਆਂ ਹੋ ਜਾਂਦੀਆਂ। ਕਿਹੜਾ ਬੰਦਾ ਦਾਅਵਾ ਕਰ ਸਕਦਾ ਕਿ ਮੈਂ ਕਦੇ ਗਲਤੀ ਨਹੀਂ ਕੀਤੀ? ਪਰ ਨਿੰਦਕ ਬੜੀ ਖੋਜ ਕਰਦਾ, ਬੜੀ ਮਿਹਨਤ ਕਰਦਾ। ਪਰ ਆਇਆ ਛਿਦਰ ਅਟਕ ਲੈ ਆਪਣਾ ਅਹੰਕਾਰ ਵਧਾਵੇ, ਦੂਜਿਆਂ ਦੀਆਂ ਕਮਜ਼ੋਰੀਆਂ ਲੱਭਣੀਆਂ। ਇਹ ਕੋਈ ਛੋਟਾ ਜਿਹਾ ਕੰਮ ਹੈ, ਬੜਾ ਵੱਡਾ ਮਿਹਨਤ ਦਾ ਕੰਮ ਹੈ। ਹਰ ਵੇਲੇ ਖੋਜ ਕਰਨੀ ਵੀ ਕਿੱਥੇ ਇਹਦੀ ਕੋਈ ਵੀਕਨੈਸ ਮਿਲੇ। ਆਖਿਆ ਮੈਨੂੰ ਤੇ ਇਹ ਨਿੰਦਾ ਮਾਂ ਤੇ ਪਿਓ ਵਰਗਾ ਕੰਮ ਦੇ। ਹੁਣ ਦੇਖੋ ਇਸ ਢੰਗ ਨਾਲ ਸੋਚਣਾ ਵਿਚਾਰਨਾ ਸਾਨੂੰ ਕਦੋਂ ਸਮਝ ਆਉਂਦੀ? ਅਸੀਂ ਤਾਂ ਡਾਂਗ ਚੁੱਕ ਲੈਂਦੇ ਹਾਂ, ਅਸੀਂ ਚੰਗਣੇ ਦਾ ਸਿਰ ਪਾੜ ਦਿਆਂਗੇ। ਭਗਤ ਜੀ ਕਹਿੰਦੇ ਨਹੀਂ, ਨਿੰਦੋ ਨਿੰਦੋ ਮੋਹ ਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਨਿੰਦਾ ਬਾਪ ਨਿੰਦਾ ਮਹਤਾਰੀ। ਪਰ ਇੱਕ ਸ਼ਰਤ ਹੈ, ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਕਮਾਲ ਦੀ ਗੱਲ ਹੈ, ਬੈਕੁੰਠ ਜਾਈਏ।
बैकुंठ किहनूं कहंदे? स्वर्ग नूं। इस्लाम धर्म वाले बहिश्त कहंदे, सनातन धर्म वाले बैकुंठ कहंदे। कहंदे जिस बंदे दी निंदा होवे ਉਹ सगों बैकुंठ ਨੂੰ ਜਾਂਦਾ, क्योंकि ਉਹਦੀਆਂ ਜਿਹੜੀਆਂ ਗਲਤੀਆਂ ਨੇ ਜਿਨ੍ਹਾਂ ਵੱਲੋਂ ਉਹ ਆਪ ਅਣਗਹਿਲ ਹੈ, ਉਹ ਨਿੰਦਾ ਕਰਨ ਵਾਲਾ ਪ੍ਰਗਟ ਕਰ ਦਿੰਦਾ, ਉਹਦਾ ਭਾਰ ਹੌਲਾ ਕਰ ਦਿੰਦਾ, ਉਹਨੂੰ ਸਾਵਧਾਨ ਕਰਦਾ ਭਈ ਇਹ ਗਲਤੀ ਨਹੀਂ ਸੀ ਕਰਨੀ ਚਾਹੀਦੀ। ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨੈ ਬਸਾਈਏ। ਉਹ ਸਾਵਧਾਨ ਕਰਦਾ ਹੈ, ਨਿੰਦਾ ਕਰਨ ਵਾਲਾ ਤੁਹਾਨੂੰ ਤੇ ਮੈਨੂੰ ਸਾਵਧਾਨ ਕਰਦਾ। ਦੇਖੋ ਗੱਲ ਆਪਣੇ ਆਪਣੇ ਨਜ਼ਰੀਏ ਦੀ। ਮੇਰੇ ਬੜੇ ਪਿਆਰੇ ਸੱਜਣ ਸਨ ਸਰਦਾਰ ਕਰਤਾਰ ਸਿੰਘ ਜੀ ਹੇਰੀਆ, ਉਹਨਾਂ ਨੂੰ ਕਦੇ ਕਹਿਣਾ, ਸ਼ਿਕਾਇਤ ਕਰਨੀ ਕਿ ਫਲਾਣੇ ਬੰਦੇ ਨੇ ਆਹ ਗੱਲ, ਕਹਿੰਦੇ ਬਾਬਾ ਜੀ ਤੁਹਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ ਹੈ, ਉਹਨੇ ਤੁਹਾਡੀ ਗਲਤੀ ਦੱਸ ਕੇ ਤੁਹਾਨੂੰ ਸਾਵਧਾਨ ਕੀਤਾ, ਤੁਹਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ। ਭਾਵੇਂ ਉਸ ਵੇਲੇ ਉਹਨਾਂ ਦੀ ਗੱਲ ਬਹੁਤੀ ਮਿੱਠੀ ਨਾ ਲੱਗਣੀ, ਪਰ ਹੁਣ ਸਮਝ ਆਉਂਦੀ ਵੀ ਗੱਲ ਤੇ ਠੀਕ ਸੀ। ਕੋਈ ਵੱਡੇ ਤੋਂ ਵੱਡਾ ਸਮਾਗਮ ਹੋਣਾ, ਕੋਈ ਕਮੀ ਰਹਿ ਜਾਣੀ ਤੇ ਵਿਚਾਰ ਕਰਨੀ ਵੀ ਸਰਦਾਰ ਸਾਹਿਬ ਆ ਕਮੀ ਰਹੀ, ਕਹਿੰਦੇ ਬਾਬਾ ਜੀ ਇਹ ਵੀ ਠੀਕ ਹੈ, ਕਮੀ ਵੀ ਰਹਿਣੀ ਚਾਹੀਦੀ ਹੈ, ਨਹੀਂ ਤੇ ਬੰਦੇ ਵਿੱਚ ਹੰਕਾਰ ਆ ਜਾਂਦਾ ਹੈ, ਕੋਈ ਨਾ ਕੋਈ ਕਮੀ ਰਹਿਣੀ ਚਾਹੀਦੀ ਹੈ। ਮੇਰਾ ਕਹਿਣ ਦਾ ਮਤਲਬ ਜਿਸ ਦੀ ਨਿੰਦਿਆ ਹੁੰਦੀ ਹੈ ਤੇ ਜਿਹੜਾ ਨਿੰਦਿਆ ਕਰਦਾ ਹੈ, ਉਹ ਮਾਨੋ ਉਸ ਦੀਆਂ ਕਮਜ਼ੋਰੀਆਂ ਦੀ ਜਾਣਕਾਰੀ ਕਰੋ। ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨੈ ਬਸਾਈਏ। ਉਹਨਾਂ ਔਗਣਾਂ ਨੂੰ ਛੱਡ ਕੇ ਸਗੋਂ ਵਧੇਰੇ ਪਰਮਾਤਮਾ ਦੇ ਨਾਮ ਰੂਪੀ ਪਦਾਰਥ ਨੂੰ ਮਨ ਵਿੱਚ ਵਸਾਉਣਾ ਕਰੀ। ਸਾਧ ਸੰਗਤ, ਸੰਗਤ ਵਿੱਚ ਵਿਚਰਦਿਆਂ, ਸੰਸਾਰ ਵਿੱਚ ਵਿਚਰਦਿਆਂ ਬੜੇ ਤਜਰਬੇ ਹੁੰਦੇ ਨੇ। ਇੱਕ ਦਫਾ ਨਿਊਜ਼ੀਲੈਂਡ ਦਾ ਇੱਕ ਬੜਾ ਪ੍ਰਸਿੱਧ ਗੁਰਦੁਆਰਾ ਹੈ ਟਾਕਾ ਨੀਨੀ, ਉੱਥੇ ਦਾਸ ਨੂੰ 15 ਦਿਨ ਵਾਸਤੇ ਸੱਦਿਆ ਅਤੇ ਮੈਨੂੰ 15 ਟੌਪਿਕ ਦਿੱਤੇ ਗਏ ਕਿ ਤੁਸੀਂ 15 ਦਿਨਾਂ ਵਿੱਚ ਇਹਨਾਂ ਸਬਜੈਕਟ 'ਤੇ ਬੋਲਣਾ, ਸੇਵਾ 'ਤੇ, ਸਿਮਰਨ 'ਤੇ, ਸਤਸੰਗ 'ਤੇ, ਮਾਇਆ 'ਤੇ, ਔਰ ਉਹਦੇ 'ਚ ਨਿੰਦਿਆ ਦਾ ਵੀ ਇੱਕ ਦਿਨ ਸੀ। ਤੋ ਦਾਸ ਨੂੰ ਪਤਾ ਨਹੀਂ ਸੀ ਵੀ ਉੱਥੇ 2 ਗਰੁੱਪ ਬਣੇ ਹੋਏ ਸਨ। ਇਹ ਸਾਡੀ ਬਦਕਿਸਮਤੀ ਹੈ ਕਿ ਗੁਰਦੁਆਰਿਆਂ ਦੇ ਅੰਦਰ ਅਸੀਂ ਗਰੁੱਪਬੰਦੀ ਬਣਾ ਲੈਂਦੇ, ਅਤੇ ਜਿਹੜਾ ਧੜਾ ਫਿਰ ਜਿਸ ਦੇ ਵਿਰੁੱਧ ਹੋਵੇ ਉਹ ਫਿਰ ਜੋ ਕੁਝ ਕਰਦੇ ਕਹਿੰਦੇ ਨੇ ਉਹ ਪਤਾ ਹੀ ਹੈ। ਮੈਨੂੰ ਬਿਲਕੁਲ ਨਹੀਂ ਸੀ ਪਤਾ। ਮੈਂ ਤਾਂ ਨਿੰਦਿਆ ਦੇ ਸੰਬੰਧ ਵਿੱਚ ਜੋ ਕੁਝ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸੀ ਉਹਦੀ ਰੋਸ਼ਨੀ ਵਿੱਚ ਬਹੁਤ ਕੁਝ ਕਿਹਾ। ਤੋ ਰਾਤ ਨੂੰ ਕਿਸੇ ਪ੍ਰੇਮੀ ਦੇ ਘਰ ਪ੍ਰਸ਼ਾਦਾ ਸੀ, ਉਹ ਦੂਜੇ ਗਰੁੱਪ ਦਾ ਮੁਖੀ ਸੀ ਜਾਂ ਪ੍ਰਬੰਧਕ ਸੀ ਜਾਂ ਸਾਥੀ ਸੀ। ਉਹਦੇ ਸਾਰੇ ਗਰੁੱਪ ਦੇ ਬੰਦੇ ਉੱਥੇ ਇਕੱਠੇ ਹੋਏ। ਪਹਿਲਾਂ ਤਾਂ ਉਹਨਾਂ ਨੇ ਵਡਿਆਈ ਕੀਤੀ, ਬਾਬਾ ਜੀ ਤੁਸੀਂ ਕਮਾਲ ਕਰ ਦਿੱਤੀ, ਪਰ ਹਾਲੀ ਥੋੜ੍ਹੀ ਜਿਹੀ ਕਸਰ ਰਹਿ ਗਈ। ਮੈਂ ਸਮਝ ਗਿਆ। ਕਹਿੰਦੇ ਥੋੜ੍ਹਾ ਜਿਹਾ ਹੋਰ ਸਮਝਾਓ। ਮੈਂ ਕਿਹਾ ਭਾਈ ਨਿੰਦਿਆ ਉਹ ਹੈ ਜਦੋਂ ਫੁੱਲ ਨੂੰ ਕੰਡਾ ਕਹੋ, ਕੰਡੇ ਨੂੰ ਫੁੱਲ ਕਹੋ। ਧੜਿਆਂ ਵਿੱਚ ਵੰਡ ਕੇ ਅਸੀਂ ਗੁਣਾਂ ਨੂੰ ਵੀ ਔਗੁਣ ਬਣਾ ਦਿੰਦੇ ਹਾਂ। ਖੈਰ ਮੇਰੇ ਕਿਹੜਾ ਉਹਨਾਂ ਨੇ ਗਲ ਪੈਣਾ ਸੀ, ਪਰ ਉਹਨਾਂ ਨੂੰ ਸਮਝ ਤੇ ਆ ਗਈ। ਤੋ ਭਗਤ ਜੀ ਕਹਿੰਦੇ ਨੇ ਨਿੰਦਾ ਤੋਂ ਘਬਰਾਉਣਾ ਨਹੀਂ ਚਾਹੀਦਾ। ਹਾਂ ਆਪ ਨਿੰਦਿਆ ਨਹੀਂ ਕਰਨੀ, ਪਰ ਕੋਈ ਕਰੇ, ਕਰੋ ਭਾਈ। ਨਿੰਦੋ ਨਿੰਦੋ ਮੋਹ ਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ,
ਨਿੰਦਾ ਬਾਪ ਨਿੰਦਾ ਮਹਤਾਰੀ ਰਹਾਓ। ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨੈ ਵਸਾਈਏ। ਤੁਹਾਨੂੰ ਸਗੋਂ ਹੋਰ ਵਧੇਰੇ ਚੰਗੇ ਕੰਮ ਕਰਨੇ ਚਾਹੀਦੇ ਨੇ, ਨਾਮ ਆਪਣੇ ਹਿਰਦੇ 'ਚ ਵਸਾਉਣਾ ਚਾਹੀਦਾ। ਕਿਉਂਕਿ ਅਗਲੀ ਪੰਕਤੀ 'ਚ ਭਗਤ ਜੀ ਇੱਕ ਕੰਡੀਸ਼ਨ ਲਾਉਂਦੇ ਨੇ, ਹਿਰਦੈ ਸੁੱਧ ਜੋ ਨਿੰਦਾ ਹੋਏ। ਜੇ ਤੁਹਾਡਾ ਹਿਰਦਾ ਸ਼ੁੱਧ ਹੈ, ਜੇ ਤੁਹਾਡੇ ਵਿੱਚ ਕੋਈ ਮੈਲ ਨਹੀਂ, ਜੇ ਤੁਹਾਡੇ ਵਿੱਚ ਕੋਈ ਐਬ ਨਹੀਂ, ਤੇ ਫਿਰ ਤੁਹਾਡੀ ਕੋਈ ਨਿੰਦਿਆ ਕਰਦਾ। ਹਿਰਦੈ ਸ਼ੁੱਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਧੋਏ। ਉਹ ਨਿੰਦਿਆ ਕਰਨ ਵਾਲਾ ਸਾਡੇ ਕੱਪੜੇ ਧੋ ਰਿਹਾ, ਸਾਡੀ ਮੈਲ ਧੋ ਰਿਹਾ। ਕੰਮ ਅਸੀਂ ਗਲਤ ਕੀਤਾ, ਫਿਕਰ ਉਹਨੂੰ ਲੱਗਾ ਹੋਇਆ। ਕੱਪੜੇ ਸਾਡੇ ਮੈਲੇ ਨੇ, ਧੋ ਹੋ ਰਿਹਾ। ਪਰ ਸ਼ਰਤ ਹੈ ਕਿ ਤੁਹਾਡਾ ਹਿਰਦਾ ਸ਼ੁੱਧ ਹੋਣਾ ਚਾਹੀਦਾ, ਤੁਹਾਡੇ ਵਿੱਚ ਵਾਕਈ ਉਹ ਐਬ ਨਹੀਂ ਹੈਗਾ। ਹਿਰਦੈ ਸ਼ੁੱਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਧੋਏ। ਜਿਸ ਦਿਨ ਇਹ ਗੱਲ ਸਮਝ ਆ ਜਾਏ, ਫਿਰ ਤਾਂ ਸਾਨੂੰ ਨਿੰਦਿਆ ਕਰਨ ਵਾਲੇ ਨੂੰ ਆਪਣਾ ਸ਼ੁਭ ਚਿੰਤਕ ਸਮਝਣਾ ਚਾਹੀਦਾ, ਸਾਡੇ ਨਾਲ ਪਿਆਰ ਕਰਨ ਵਾਲਾ ਸਮਝਣਾ ਚਾਹੀਦਾ। ਨਿੰਦਾ ਕਰੇ ਤੋ ਹਮਾਰਾ ਮੀਤ। ਭਗਤ ਜੀ ਕਹਿੰਦੇ ਨੇ, ਉਹ ਤੇ ਮੇਰਾ ਮਿੱਤਰ ਹੈ, ਉਹ ਤੇ ਬੜੀ ਮੇਰੇ ਤੇ ਪਰਉਪਕਾਰ ਕਰ ਰਿਹਾ। ਗਲਤੀ ਹੋ ਜਾਣੀ ਇਹ ਕੋਈ ਅਚੰਭਾ ਨਹੀਂ, ਗਲਤੀ ਬੜਿਆਂ ਬੜਿਆਂ ਕੋਲੋਂ ਹੋ ਜਾਂਦੀ। ਪਰ ਜਿਹੜਾ ਤੁਹਾਨੂੰ ਤੁਹਾਡੀ ਗਲਤੀ ਦੱਸ ਦੇਵੇ, ਉਹਨੇ ਤੇ ਸਗੋਂ ਤੁਹਾਡਾ ਭਲਾ ਕੀਤਾ। ਤੇ ਮਿੱਤਰ ਹੀ ਭਲਾ ਕਰ ਸਕਦਾ, ਦੁਸ਼ਮਣ ਤੇ ਕਦੇ ਵੀ ਨਹੀਂ ਭਲਾ ਕਰਦਾ। ਨਿੰਦਾ ਕਰੇ ਤੋ ਹਮਾਰਾ ਮੀਤ, ਨਿੰਦ ਕਮਾਏ ਹਮਾਰਾ ਚੀਤ। ਸਾਨੂੰ ਤੇ ਉਸ ਦਾ ਧੰਨਵਾਦੀ ਹੋਣਾ ਚਾਹੀਦਾ। ਸਾਧ ਸੰਗਤ, ਆਪਣੇ ਨਿੱਜੀ ਜੀਵਨ ਵਿੱਚੋਂ ਕਈ ਵਾਰੀ ਕਈ ਗੱਲਾਂ ਆ ਜਾਂਦੀਆਂ। ਐਸਾ ਦਾਅਵਾ ਕਦੇ ਨਾ ਕਰੋ ਕਿ ਅਸੀਂ ਭੁੱਲ ਨਹੀਂ ਕਰਦੇ, ਕਿਉਂਕਿ ਬਾਣੀ ਵਿੱਚ ਲਿਖਿਆ, ਭੁੱਲਣ ਵਿੱਚ ਕੀ ਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਅਸੀਂ ਸਾਰੇ ਭੁੱਲਣਹਾਰ। ਜੇ ਕੋਈ ਨਹੀਂ ਭੁੱਲਦਾ ਤੇ ਗੁਰੂ ਨਹੀਂ ਭੁੱਲਦਾ, ਪਰਮੇਸ਼ਵਰ ਨਹੀਂ ਭੁੱਲਦਾ। ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਤੋ ਇੱਕ ਦਫਾ ਦਾਸ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਕਥਾ ਕਰ ਰਿਹਾ ਸੀ, ਤੇ ਕੁਦਰਤੀ ਸੁਖਮਨੀ ਸਾਹਿਬ ਵਿੱਚੋਂ ਕਿਸੇ ਪੰਗਤੀ ਦਾ ਪ੍ਰਮਾਣ ਦਿੱਤਾ। ਉਹ ਪ੍ਰਮਾਣ ਆਮ ਲੋਕੀ ਦਿੰਦੇ ਸੁਣਦੇ ਨੇ, ਜਿਹਦਾ ਮਤਲਬ ਇਹ ਹੁੰਦਾ ਹੈ, ਕਰੇ ਕਰਾਵੇ ਆਪੇ ਆ ਮਾਨੋ ਕਿਛ ਨਹੀਂ ਆ। ਮੈਂ ਵੀ ਦੇ ਦਿੱਤਾ, ਪਰ ਮੇਰੀ ਗਲਤੀ ਸੀ, ਪਰ ਮੈਨੂੰ ਮੇਰੀ ਗਲਤੀ ਦਾ ਪਤਾ ਨਹੀਂ ਸੀ, ਅਣਜਾਣਪੁਣੇ ਵੀ। ਸੰਗਤ ਵਿੱਚ ਬੜੇ ਬੜੇ ਵਿਦਵਾਨ ਪੁਰਸ਼ ਬੈਠੇ ਹੁੰਦੇ ਨੇ, ਉਹ ਵੀ ਨੇ ਜਿਨ੍ਹਾਂ ਨੂੰ ਸੁਖਮਨੀ ਸਾਹਿਬ ਜ਼ਬਾਨੀ ਯਾਦ ਹੈ, ਉਹ ਵੀ ਨੇ ਜਿਹੜੇ ਸੁਖਮਨੀ ਸਾਹਿਬ ਦੀ ਇੱਕ ਇੱਕ ਪੰਗਤੀ ਉੱਤੇ ਅਮਲ ਕਰਦੇ। ਤੋ ਇੱਕ ਸੱਜਣ ਬੈਠੇ ਸਨ, ਉਹਨਾਂ ਨੇ ਚਿੱਠ ਲਿਖ ਕੇ ਭੇਜ ਦਿੱਤੀ, ਗਿਆਨੀ ਜੀ ਕਿਰਪਾ ਕਰਕੇ ਇਹ ਦੱਸੋ, ਇਹ ਜਿਹੜਾ ਪ੍ਰਮਾਣ ਤੁਸੀਂ ਦਿੱਤਾ ਹੈ, ਇਹ ਗੁਰੂ ਗ੍ਰੰਥ ਸਾਹਿਬ 'ਚ ਕਿਹੜੇ ਅੰਗ 'ਤੇ ਲਿਖਿਆ? ਮੈਨੂੰ ਫਿਕਰ ਹੋ ਗਿਆ। ਉਸ ਸਮੇਂ ਦੇ ਮੁਤਾਬਕ ਤੇ ਮੈਂ ਇੰਨਾ ਹੀ ਕਿਹਾ ਕਿ ਜਿਹੜੇ ਗੁਰਮੁਖਾਂ ਨੇ ਇਹ ਚਿੱਠ ਭੇਜੀ ਹੈ, ਉਹ ਕਿਰਪਾ ਕਰਕੇ ਮੇਰੇ ਕਮਰੇ ਵਿੱਚ ਆ ਜਾਣ, ਬੈਠ ਕੇ ਵਿਚਾਰ ਕਰ ਲਓ। ਪਰ ਮੈਨੂੰ ਫਿਕਰ ਬੜਾ ਲੱਗੀ। ਮੇਰੇ ਅੰਦਰੋਂ ਆਵਾਜ਼ ਆਈ, ਤੂੰ ਸੁਖਮਨੀ ਸਾਹਿਬ ਦਾ ਪਾਠ ਕਰ। ਸੁਖਮਨੀ ਸਾਹਿਬ ਦਾ ਪਾਠ ਪਹਿਲਾਂ ਵੀ ਬਚਪਨ ਤੋਂ ਲੈ ਕੇ ਕਰਦਾ ਸੀ, ਔਰ ਲਗਭਗ ਗੁਰੂ ਦੀ ਕਿਰਪਾ ਨਾਲ ਜ਼ਬਾਨੀ ਯਾਦ ਵੀ ਸੀ। ਪਰ ਕਈ ਵਾਰੀ ਬੰਦਾ ਕੌਨਫੀਡੈਂਸ ਵਿੱਚ ਮਾਰਿਆ ਜਾਂਦਾ। ਪਰ ਜਦੋਂ ਮੈਂ ਪਾਠ ਕਰਨ ਲੱਗਾ,
ਤੇ ਮੇਰੀ ਗਲਤੀ ਮੈਨੂੰ ਸਮਝ ਆ ਗਈ। ਉੱਥੇ ਤੇ ਲਿਖਿਆ ਸੀ ਕਰੇ ਕਰਾਵੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ। ਤੇ ਦੂਜੀ ਜਗ੍ਹਾ ਲਿਖਿਆ ਸੀ ਮਾਰੈ ਰਾਖੈ ਏਕੋ ਆਪ ਮਾਨੁਕ ਕੇ ਕਿਛ ਨਹੀਂ ਹਾਰ। ਮੈਂ ਤਾਂ ਕੰਨਾਂ ਨੂੰ ਹੱਥ ਲਾਏ, ਮੈਂ ਤਾਂ ਉਸ ਬੰਦੇ ਦਾ ਸ਼ੁਕਰਗੁਜ਼ਾਰ ਹੋਇਆ। 20 ਦਿਨ ਕਥਾ ਕਰਨੀ ਸੀ। ਤੀਜੇ ਇੱਕ ਦਿਨ ਜੋੜੇ ਖਾਨੇ ਤੋਂ ਜੋੜਾ ਪ੍ਰਾਪਤ ਕਰ ਰਹੇ ਸੀ ਤੇ ਉਹੀ ਸੱਜਣ ਮੇਰੇ ਕੋਲ ਆ ਕੇ ਕਹਿੰਦੇ ਗਿਆਨੀ ਜੀ ਚਿੱਟਾਂ ਦੀ ਪਰਵਾਹ ਨਹੀਂ ਕਰੀਦੀ, ਉਸ ਬੰਦੇ ਦੀ ਆਦਤ ਹੈ। ਮੇਰਾ ਅੰਦਰ ਕਹਿ ਰਿਹਾ ਸੀ ਵੀ ਸੱਜਣ ਤੇ ਇਹੀ ਨੇ, ਪਰ ਮੈਂ ਦੋਵੇਂ ਹੱਥ ਜੋੜ ਲਏ, ਮੈਂ ਕੰਨਾਂ ਨੂੰ ਹੱਥ ਲਾਏ। ਮੈਂ ਕਿਹਾ ਜੀ ਮੈਂ ਉਹਨਾਂ ਦਾ ਬਹੁਤ ਧੰਨਵਾਦੀ, ਉਹਨਾਂ ਨੇ ਮੇਰੀ ਗਲਤੀ ਸੋਧ ਦਿੱਤੀ। ਪਤਾ ਨਹੀਂ ਕਿੰਨੀ ਵਾਰੀ ਮੈਂ ਗੁਰਬਾਣੀ ਦੇ ਇਸ ਪ੍ਰਮਾਣ ਦੀ ਗਲਤ ਵਰਤੋਂ ਕੀਤੀ ਹੈ, ਅੱਗੋਂ ਤੋਂ ਮੈਂ ਨਹੀਂ ਕਰਾਂਗਾ। ਤੋ ਮੈਨੂੰ ਤੇ ਉਹ ਸੱਜਣ ਆਪਣਾ ਮਿੱਤਰ ਨਜ਼ਰ ਆਉਂਦਾ, ਮੈਨੂੰ ਨਿੰਦਿਆ ਵੀ ਨਹੀਂ ਕੀਤੀ, ਉਹਨਾਂ ਨੇ ਮੈਨੂੰ ਸੁਝਾਅ ਦਿੱਤਾ। ਤੋ ਭਗਤ ਜੀ ਕਹਿੰਦੇ ਨੇ ਨਿੰਦਾ ਕਰੇ ਤੋ ਹਮਾਰਾ ਮੀਤ, ਨਿੰਦਕ ਮਾਏ ਹਮਾਰਾ ਚੀਤ। ਨਿੰਦਕ ਸੋ ਜੋ ਨਿੰਦਾ ਹੋ ਰਹਿ, ਹਮਾਰਾ ਜੀਵਨ ਨਿੰਦਕ ਲੋ ਰਹਿ। ਹੁਣ ਹਮਾਰਾ ਜੀਵਨ ਨਿੰਦਕ ਕਿਵੇਂ ਲੋ? ਉਹ ਸਾਨੂੰ ਵਧੀਆ ਬਣਾਉਣਾ ਚਾਹੁੰਦਾ, ਉਹ ਚਾਹੁੰਦਾ ਹੈ ਕਿ ਇਹਦੇ ਵਿੱਚ ਇਹ ਗਲਤੀ ਨਾ ਰਹੇ। ਉਹ ਸਗੋਂ ਸਾਡੇ ਅੰਦਰੋਂ ਗਲਤ ਗੱਲਾਂ ਨੂੰ ਰੋਕ ਰਿਹਾ। ਨਿੰਦਕ ਸੋ ਜੋ ਨਿੰਦਾ ਹੋ ਰਹਿ, ਕਿਉਂਕਿ ਜੇ ਅਸੀਂ ਉਹ ਗਲਤੀ ਕਰਦੇ ਰਹਾਂਗੇ ਤੇ ਫਿਰ ਤੇ ਨਿੰਦਿਆ ਦੀ ਗੁੰਜਾਇਸ਼ ਬਣੇਗੀ, ਤੇ ਜੇ ਉਹ ਗਲਤੀ ਸਾਡੇ ਵਿੱਚੋਂ ਮੁੱਕ ਗਈ ਤੇ ਨਿੰਦਾ ਵੀ ਮੁੱਕ ਜਾਏਗੀ। ਨਿੰਦਕ ਸੋ ਜੋ ਨਿੰਦਾ ਹੋ ਰਹਿ, ਹਮਾਰਾ ਜੀਵਨ ਨਿੰਦਕ ਲੋ ਰਹਿ। ਨਿੰਦਾ ਹਮਾਰੀ ਪ੍ਰੇਮ ਪਿਆਰ, ਨਿੰਦਾ ਹਮਾਰਾ ਕਰੇ ਉਧਾਰ। ਆਖਿਆ ਇਸ ਲਈ ਨਿੰਦਾ ਤੇ ਸਾਡੇ ਪ੍ਰੇਮ ਪਿਆਰ ਦੀ ਪਾਤਰ ਹੈ, ਕਿਉਂਕਿ ਨਿੰਦਾ ਸਾਡਾ ਉਧਾਰ ਕਰਦੀ, ਸਾਨੂੰ ਸੰਸਾਰ ਵਿੱਚ ਡੁੱਬਣ ਤੋਂ ਬਚਾਉਂਦੀ, ਸਾਨੂੰ ਚੰਗੇ ਬਣਨ ਲਈ ਪ੍ਰੇਰਿਤ ਕਰਦੀ। ਅਖੀਰ ਵਿੱਚ ਭਗਤ ਜੀ ਨਿਚੋੜ ਕਰਦੇ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਆਖਿਆ ਕਬੀਰ ਦਾਸ ਨੂੰ ਇਹ ਨਿੰਦਾ ਬੜੀ ਸ੍ਰੇਸ਼ਟ ਹੈ, ਬੜੀ ਫਾਇਦੇਮੰਦ ਹੈ। ਜਿਸ ਨਿੰਦਾ ਹੋਣ ਨਾਲ ਮੈਨੂੰ ਮੇਰੀਆਂ ਗਲਤੀਆਂ ਦਾ ਪਤਾ ਲੱਗ ਗਿਆ, ਤੋ ਨਿੰਦਕ ਨੇ ਤੇ ਮੇਰੇ ਉੱਤੇ ਪਰਉਪਕਾਰ ਕੀਤਾ, ਪਰ ਨਤੀਜਾ ਕੀ ਨਿਕਲਿਆ? ਨਿੰਦਕ ਡੂਬਾ ਹਮ ਉਤਰੇ ਪਾਰ। ਤੋ ਸਾਧ ਸੰਗਤ ਇਸ ਡੂੰਘੇ ਭਾਵ ਵਾਲੇ ਸ਼ਬਦ ਨੂੰ ਵਿਚਾਰੀਏ, ਸਮਝੀਏ। ਗੁਰਬਾਣੀ ਦਾ ਹੁਕਮ ਤੇ ਸਾਡੇ ਪ੍ਰਤੀ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੋਹ ਕਾਲੇ ਤਿਨ ਨਿੰਦਕਾਂ, ਨਰਕੇ ਘੋਰ ਪਵਨ। ਪਰ ਭਗਤ ਜੀ ਦੇ ਦ੍ਰਿਸ਼ਟੀਕੋਣ ਤੋਂ ਕੁਰਬਾਨ ਜਾਈਏ, ਉਹਨਾਂ ਨੇ ਕਿਸ ਤਰੀਕੇ ਨਾਲ ਨਿੰਦਾ ਦੀ ਡੈਫੀਨੇਸ਼ਨ ਵੀ ਕੀਤੀ ਔਰ ਨਿੰਦਾ ਦੇ ਹਰ ਪੱਖ ਤੇ ਸਾਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ। ਭਾਈ ਆਪਣੇ ਅੰਦਰੋਂ ਜੇ ਐਬ ਘਟਾਉਣ ਦਾ ਕੋਈ ਪਰਉਪਕਾਰ ਕਰਦਾ ਹੈ, ਉਹਦਾ ਵਿਰੋਧ ਨਾ ਕਰੋ, ਸਗੋਂ ਉਹਦੇ ਧੰਨਵਾਦੀ ਬਣ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।